खबर ते नज़र दे विच आप सब दा निघा स्वागत करते हैं। मेरे नाल प्रोग्राम खबर ते नज़र दे विच इस टाइम जुड़ चुके ने मिंटू गुरसरिया जी मलोट स्टूडियोज तो। मिंटू जी निघी जी आए नूं प्यार भरी सत श्री अकाल जी। शुक्रिया जी सारिਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਚੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਮਡੇਰਾ ਵਿੱਚ ਅਤੇ ਸੈਂਟਾਨੇਲਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 209 277 0113। ਅਤੇ ਇਸ ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ ਨੌਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਤੁਸੀਂ ਆਰਡਰ ਕਰ ਸਕਦੇ ਹੋ। ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਸ਼ਹਿਰਾਂ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਆ। ਉਹ ਹੋਰ ਜਾਣਕਾਰੀ ਲਈ ਤੁਸੀਂ ਜਾਂ ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 10% 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਜਿਹੜਾ ਆ ਉਸ ਦਾ ਇਸਤੇਮਾਲ ਕਰੋ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਕਰ ਲਿਆ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਕਰਨਾਟਕ ਸਿਆਸੀ ਸੰਕਟ ਤੇ ਸੁਪਰੀਮ ਕੋਰਟ ਨੇ 24 ਘੰਟਿਆਂ ਦੇ ਵਿੱਚ ਬਹੁਮਤ ਸਿੱਧ ਕਰਨ ਦੇ ਜਿਹੜੇ ਦੇ ਦਿੱਤੇ ਹੁਕਮ ਭਾਜਪਾ ਨੂੰ। ਦੇਖੋ, ਭਾਜਪਾ ਨੂੰ ਘੰਟੇ ਕੁਛ ਹੀ ਮਿਲੇ ਆ, ਪਰ ਇਹ ਕਹਿੰਦੇ ਆ ਕਿ ਅਸੀਂ 100% ਕੌਨਫੀਡੈਂਟ ਆ ਕਿ ਅਸੀਂ ਬਹੁਮਤ ਸਿੱਧ ਕਰ ਦੇਵਾਂਗੇ। ਹੁਣ ਕਿਸ ਤਰ੍ਹਾਂ ਹੋਊਗਾ ਇਹ ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਇਹਨਾਂ ਦੇ ਕੋਲ 104 ਬੰਦੇ ਆ। 104 ਬੰਦੇ ਜੇ ਆਪਾਂ ਗਿਣ ਕੇ ਚੱਲੀਏ ਕਿ ਇਹ ਜੋੜ ਤੋੜ ਨਹੀਂ ਕਰਨਗੇ, ਤਾਂ ਫਿਰ ਉਸ ਸੂਰਤ ਦੇ ਵਿੱਚ ਘੱਟੋ ਘੱਟ 14 ਬੰਦੇ ਇਹਨਾਂ ਨੂੰ ਹਾਊਸ ਦੇ ਵਿੱਚੋਂ ਗੈਰ ਹਾਜ਼ਰ ਰੱਖਣੇ ਪੈਣਗੇ। ਫਿਰ ਅੰਕੜਾ ਜਿਹੜਾ ਉਹ 103-4 ਤੇ ਆ ਜਾਊਗਾ, ਕਿਉਂਕਿ ਦਰਕਾਰ ਫਿਰ 103-104 ਦੀ ਹੋ ਜਾਊਗੀ। ਤਾਂ ਦੂਸਰੇ ਪਾਸੇ ਜੇ ਇਹਨਾਂ ਨੇ ਬੰਦੇ ਤੋੜਨੇ ਆ ਤਾਂ ਫਿਰ ਘੱਟੋ ਘੱਟ 5-7 ਵਿਧਾਇਕ ਜਿਹੜੇ ਉਹ ਆਪਣੇ ਪਾਸੇ ਭੁਗਤਾਉਣੇ ਪੈਣਗੇ। ਇਹ ਕਿਸ ਤਰ੍ਹਾਂ ਹੋਊਗਾ ਸਭ ਕੁਛ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਪਰ ਇਸ ਤੋਂ ਪਹਿਲਾਂ ਅੱਜ ਜਿਹੜਾ ਸਵਾਲ ਸੀਗਾ ਕਿ ਕੀ ਸੁਪਰੀਮ ਕੋਰਟ ਜਿਹੜੀ ਹੈ ਉਹ ਇਹ ਵਕਬਾ ਘੱਟ ਕਰੂਗੀ ਜਾਂ ਰਾਜਪਾਲ ਦਾ ਫੈਸਲਾ ਪਲਟੂਗੀ, ਉਹਦੇ ਤੇ ਸਾਰਿਆਂ ਦੀ ਨਿਗਾਹ ਬਣੀ ਹੋਈ ਸੀਗੀ। ਕਾਫੀ ਤਿੱਖੀ ਬਹਿਸ ਹੋਈ। ਇੱਕ ਪਾਸੇ ਮੁਕਲ ਰੋਹਤਗੀ ਜਿਹੜਾ ਕਿ ਇਹਨਾਂ ਦਾ ਪਰਮਾਨੈਂਟ ਹੀ ਵਕੀਲ ਹੈ ਭਾਰਤੀ ਜਨਤਾ ਪਾਰਟੀ ਦਾ, ਉਹ ਪੇਸ਼ ਹੋਇਆ। ਦੂਸਰੇ ਪਾਸੇ ਅਭਿਸ਼ੇਕ ਮਨੂ ਸਿੰਘ ਵੀ ਸੀਗਾ। ਉਹ ਚੰਗਾ ਦਲਬਲ ਤਗੜਾ ਸੀਗਾ ਦੋਵੇਂ ਪਾਸੇ ਤੋਂ। ਤਾਂ ਇਹਨਾਂ ਦੀਆਂ ਕਾਨੂੰਨੀ ਭੇੜਾਂ ਹੋਈਆਂ ਉੱਥੇ। ਕਾਨੂੰਨੀ ਭੇੜਾਂ ਦੇ ਵਿੱਚੋਂ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕੱਢਿਆ ਉਹ ਇਹੋ ਹੀ ਕੱਢਿਆ ਕਿ ਦੇਖੋ, ਇਹ ਜਿਹੜਾ 15 ਦਿਨ ਦਾ ਵਕਫਾ ਇਹ 15 ਦਿਨ ਨਹੀਂ ਚੱਲੂਗਾ, ਤਾਂ ਤੁਹਾਨੂੰ ਕੱਲ ਸ਼ਾਮ ਨੂੰ 4 ਵਜੇ ਤੱਕ ਬਹੁਮਤ ਸਿੱਧ ਕਰਨਾ ਪਊਗਾ। ਹਾਲਾਂਕਿ ਮੁਕਲ ਰੋਹਤਗੀ ਨੇ ਬੜਾ ਪਿੱਟਣਾ ਪਿੱਟਿਆ ਜੀ ਕਿ ਨਹੀਂ ਤੁਸੀਂ ਏਦਾਂ ਕਰੋ, ਸਾਨੂੰ ਹਫ਼ਤੇ ਦਾ ਸਮਾਂ ਦੇ ਦਿਓ। ਫਿਰ ਕਹਿੰਦਾ ਕਿ ਨਹੀਂ ਜੀ ਤੁਸੀਂ ਏਦਾਂ ਕਰੋ, ਘੱਟੋ ਘੱਟ ਸੋਮਵਾਰ ਦਾ ਹੀ ਸਮਾਂ ਦੇ ਦਿਓ। ਔਰ ਇੱਥੋਂ ਤੱਕ ਕਹਿਣ ਲੱਗ ਪਿਆ ਕਿ ਦੇਖੋ ਕਾਂਗਰਸ ਦੇ ਵਿਧਾਇਕ ਆ ਜਿਹੜੇ ਉਹ ਤੇ ਹੈਦਰਾਬਾਦ ਬੈਠੇ ਆ, ਉਹਨਾਂ ਨੂੰ ਆਉਣ ਤੇ ਵੀ ਟਾਈਮ ਲੱਗਣਾ, ਨਹੀਂ ਏਦਾਂ ਕਰੋ ਸੋਮਵਾਰ ਤੱਕ ਦਾ ਹੀ ਸਾਨੂੰ ਸਮਾਂ ਦੇ ਦਿਓ। ਯਾਨੀ ਕਾਂਗਰਸੀ ਵਿਧਾਇਕਾਂ ਦਾ ਹਵਾਲਾ ਦੇ ਕੇ ਸਮਾਂ ਮੰਗਣ ਦੀ ਕੋਸ਼ਿਸ਼ ਕੀਤੀ, ਪਰ ਸੁਪਰੀਮ ਕੋਰਟ ਨੇ ਇਹਨਾਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਨਹੀਂ ਭਾਈ, ਫਲੋਰ ਟੈਸਟ ਹੈ ਜਿਹੜਾ ਉਹ ਕੱਲ ਸ਼ਾਮੀ 4 ਵਜੇ ਹੋਊਗਾ ਹੀ ਹੋਊਗਾ, ਉੱਥੇ ਪਤਾ ਲੱਗ ਜਾਊਗਾ। ਇਸ ਤੋਂ ਪਹਿਲਾਂ 2 ਚਿੱਠੀਆਂ ਕੱਢੀਆਂ ਗਈਆਂ, ਕਿਉਂਕਿ ਉਹ ਗੁੱਝਾ ਭੇਦ ਸੀਗਾ ਕਿ ਉਹਨਾਂ ਚਿੱਠੀਆਂ ਦੇ ਵਿੱਚ ਆਖਰ ਯੈਦੀਯੂਰੱਪਾ ਨੇ ਲਿਖਿਆ ਕੀ ਹੈ ਰਾਜਪਾਲ ਨੂੰ। ਤਾਂ ਉਹ ਚਿੱਠੀਆਂ ਅੱਜ ਮੀਡੀਆ ਦੇ ਵਿੱਚ ਲੋਕਾਂ ਦੇ ਸਾਹਮਣੇ ਆਈਆਂ, ਮੈਂ ਵੀ ਉਹ ਦੇਖੀਆਂ ਚਿੱਠੀਆਂ। ਉਹਨਾਂ ਦੇ ਵਿੱਚ ਕਮਾਲ ਦੀ ਗੱਲ ਆ ਕਿ ਕਿਤੇ ਵੀ ਵਿਧਾਇਕਾਂ ਦਾ ਜ਼ਿਕਰ ਨਹੀਂ ਹੈਗਾ ਕਿ ਮੇਰੇ ਨਾਲ ਆ ਵਿਧਾਇਕ ਹੈਗੇ ਆ। ਮਤਲਬ ਸਿੱਧੀ ਸਮਰਥਨ, ਤੇ ਜੇ ਸਮਰਥਨ ਦੀ ਚਿੱਠੀ ਲਿਖਣੀ ਹੋਵੇ ਫਿਰ ਤਾਂ ਉਹ ਰਿਜ਼ੋਰਟ ਵਾਲਾ ਵੀ ਲਿਖ ਸਕਦਾ ਹੈ ਨਾ ਕਿ ਮੇਰੇ ਕੋਲ ਇੱਥੇ ਇੰਨੇ ਵਿਧਾਇਕ ਬੈਠੇ ਆ ਜੀ, ਇੰਨਿਆਂ ਦਾ ਸਮਰਥਨ ਹੈ, ਮੈਨੂੰ ਸਰਕਾਰ ਬਣਾਉਣ ਦਾ ਮੌਕਾ ਦੇ ਦਿਓ। ਤਾਂ ਇਕੱਲੀ ਸਮਰਥਨ ਦੀ ਚਿੱਠੀ ਲਿਖੀ। ਔਰ ਦੂਸਰੇ ਪਾਸੇ ਜਿਹੜੀ ਕਾਂਗਰਸੀਆਂ ਨੇ ਉੱਥੇ ਜਾ ਕੇ ਚਿੱਠੀ ਦਿੱਤੀ ਆ ਰਾਜਪਾਲ ਨੂੰ, ਉਸ ਚਿੱਠੀ ਦੇ ਵਿੱਚ ਬਕਾਇਦਾ ਜਿਹੜੇ ਇਹਨਾਂ ਦੇ 116-17 ਜਿਹੜੇ ਇਹਨਾਂ ਦੇ ਵਿਧਾਇਕ ਸੀ ਉਹਨਾਂ ਦਾ ਜ਼ਿਕਰ ਕੀਤਾ, ਨਾਂ ਲਿਖਿਆ, ਬਕਾਇਦਾ ਸਾਈਨ ਦਿਖਾਇਆ। ਤਾਂ ਉਹਨਾਂ ਨੂੰ ਛੱਡ ਕੇ ਰਾਜਪਾਲ ਨੇ ਇਹਨਾਂ ਚਿੱਠੀਆਂ ਤੇ ਯਕੀਨ ਕੀਤਾ ਜਿਹਦੇ ਵਿੱਚ ਸਿਰਫ ਇਹੋ ਹੀ ਲਿਖਿਆ ਸੀਗਾ ਕਿ ਅਸੀਂ ਸਮਰਥਨ ਹੈ ਜਿਹੜਾ ਉਹ ਜੁਟਾ ਲਿਆ ਜਾਂ ਜੁਟਾ ਲਵਾਂਗੇ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਖੇਡ ਖੇਡੀ ਗਈ ਆ। ਤਾਂ ਉਸ ਤੋਂ ਬਾਅਦ ਫਿਰ ਇਹ ਚਿੱਠੀਆਂ ਜਿਹੜੀਆਂ ਉਹ ਵੀ ਸੁਪਰੀਮ ਕੋਰਟ ਨੇ ਵਿਚਾਰੀਆਂ। ਹਾਲਾਂਕਿ ਇਹ ਇੱਕ ਆਪਣੇ ਆਪ ਦੇ ਵਿੱਚ ਭੇਦ ਆ ਕਿ ਸੁਪਰੀਮ ਕੋਰਟ ਨੇ ਜਦੋਂ ਚਿੱਠੀਆਂ ਵੇਖੀਆਂ ਉਹਨਾਂ ਤੇ
ਕੀ ਕੋਈ ਸੁਣਵਾਈ ਦਾ ਫੈਸਲਾ ਕੀਤਾ ਜਾਂ ਉਹਨਾਂ ਨੇ ਇਹਨਾਂ ਚਿੱਠੀਆਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਹਾਲਾਂਕਿ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਰਾਜਪਾਲ ਨੇ ਫੈਸਲਾ ਲਿਆ ਕਿ ਸਿੰਗਲ ਲਾਰਜੈਸਟ ਪਾਰਟੀ ਹੈ ਜਿਹੜੀ, ਉਹਨੂੰ ਨਿਯੁਕਤਾ ਦੇ ਦਿੱਤਾ, ਜਿਹੜੀ ਦੇਸ਼ ਭਰ ਦੇ ਵਿੱਚ ਇੱਥੇ ਬਹਿਸ ਚੱਲਦੀ ਪਈ ਕਿਉਂਕਿ ਸੰਵਿਧਾਨ ਸਾਇਲੈਂਟ ਹੈ ਇਸ ਮੁੱਦੇ 'ਤੇ ਕਿ ਸਿੰਗਲ ਲਾਰਜੈਸਟ ਪਾਰਟੀ ਨੂੰ ਨਿਯੁਕਤਾ ਦਿੱਤਾ ਜਾਵੇ ਜਾਂ ਜਿਨ੍ਹਾਂ ਦੇ ਕੋਲੇ ਅੰਕੜਾ, ਜਿਨ੍ਹਾਂ ਦੇ ਕੋਲ ਫਿਗਰ ਹੈ, ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਇਸ ਮੁੱਦੇ ਤੇ ਸੰਵਿਧਾਨ ਸਾਇਲੈਂਟ ਹੈ, ਇਸ ਕਰਕੇ 10 ਹਫ਼ਤਿਆਂ ਬਾਅਦ ਸੁਣਵਾਈ ਕਰਨ ਦਾ ਫੈਸਲਾ ਕੀਤਾ ਕਿ ਇਹ ਵੀ ਨੁਕਤਾ ਹੁਣ ਵਿਚਾਰ ਲਿਆ ਜਾਵੇ, ਇਹ ਵੀ ਤੈਅ ਕਰ ਲਿਆ ਜਾਵੇ ਕਿ ਅਸਲ ਦੇ ਵਿੱਚ ਪਹਿਲ ਕਿਹਦੀ ਆ। ਪਰ ਕਿਉਂਕਿ ਇੱਥੇ ਹੁਣ ਸਿੰਗਲ ਲਾਰਜੈਸਟ ਪਾਰਟੀ ਨੂੰ ਸੱਦਾ ਦਿੱਤਾ ਗਿਆ ਤੇ ਉਹੀ ਬਰਕਰਾਰ ਰਿਹਾ, ਹੋਇਆ ਕੀ ਆ ਕਿ ਬਾਅਦ ਦੇ ਵਿੱਚ ਗੋਆ 'ਚ ਵੀ ਹਲਚਲ ਹੋ ਗਈ। ਕਾਂਗਰਸੀਆਂ ਨੇ ਜਾ ਕੇ ਉੱਥੋਂ ਦੇ ਰਾਜਪਾਲ ਨੂੰ ਮਿਲ ਕੇ ਕਿਹਾ ਕਿਉਂਕਿ ਕਰਨਾਟਕ ਦੇ ਵਿੱਚ ਇਹ ਮੌਕਾ ਮਿਲਿਆ, ਸਾਨੂੰ ਇੱਥੇ ਵੀ ਮੌਕਾ ਦਿਓ, ਕਿਉਂਕਿ ਉੱਥੇ ਸਿੰਗਲ ਲਾਰਜੈਸਟ ਪਾਰਟੀ ਹੈ ਸਨ। ਫਿਰ ਉੱਥੋਂ ਹੀ ਨਹੀਂ, ਅੱਗੇ ਜੇ ਬਿਹਾਰ ਦੇ ਵਿੱਚ ਵੇਖੀ ਉੱਥੋਂ ਵੀ ਹਲਚਲ ਵੇਖਣ ਨੂੰ ਮਿਲੀ। ਜਿਹੜਾ ਲਾਲੂ ਯਾਦਵ ਦਾ ਮੁੰਡਾ ਛੋਟਾ, ਉਹ ਵੀ ਚਲੇ ਗਿਆ ਆਪਣਾ ਦਲ-ਬਲ ਲੈ ਕੇ, ਉਹ ਕਹਿੰਦਾ ਜੀ ਸਾਨੂੰ ਮੌਕਾ ਦਿਓ ਕਿਉਂਕਿ ਸਿੰਗਲ ਲਾਰਜੈਸਟ ਪਾਰਟੀ ਬਿਹਾਰ 'ਚ ਅਸੀਂ ਹਾਂ। ਇਸ ਤੋਂ ਇਲਾਵਾ ਮਨੀਪੁਰ ਦੇ ਵਿੱਚ ਵੀ ਇਹੋ ਕੁਛ ਵਾਪਰਿਆ। ਸੋ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਜ਼ੋਰ ਜਲਵਾ ਦਿਖਾਇਆ ਹੋਇਆ ਸੀਗਾ, ਉੱਥੇ ਵੀ ਹਲਚਲ ਸ਼ੁਰੂ ਹੋ ਗਈ ਆ। ਫਿਰ ਹਲਚਲ ਦੇ ਵਿੱਚੋਂ ਹੀ ਇੱਕ ਹਲਚਲ ਇਹ ਨਿਕਲ ਆਈ ਆ ਕਿਉਂਕਿ ਇਹਨਾਂ ਨੇ ਇੱਕ ਪ੍ਰੋਟੈਮ ਸਪੀਕਰ ਨਿਯੁਕਤ ਕਰਨਾ ਹੁੰਦਾ, ਕਿਉਂਕਿ ਵਕਤੀ ਤੌਰ ਤੇ ਆਰਜੀ ਤੌਰ ਤੇ ਇੱਕ ਸਪੀਕਰ ਲਾਉਣਗੇ ਤਾਂ ਹੀ ਕਾਰਵਾਈ ਚੱਲੂਗੀ। ਤਾਂ ਉਹ ਜਿਹੜਾ ਸਪੀਕਰ ਲਾਉਣਾ ਸੀ ਇਹਨਾਂ ਨੇ, ਉਹ ਵੀ ਰਾਜਪਾਲ ਨੇ ਚੱਕ ਕੇ ਸਪੀਕਰ ਉਹ ਲਾ ਦਿੱਤਾ ਜਿਹੜਾ ਬੰਦਾ ਖੁਦ ਸੁਪਰੀਮ ਕੋਰਟ ਤੋਂ ਆਪਣੇ ਕੰਮ ਕਰ ਲਈ ਜਦੋਂ ਸਪੀਕਰ ਹੁੰਦਾ ਸੀ ਝਿੜਕਾ ਖਾ ਚੁੱਕਾ, ਤਾਂ ਉਹ ਬੰਦਾ ਲਾ ਦਿੱਤਾ। ਕਿਉਂਕਿ ਆਮ ਤੌਰ ਤੇ ਪਰੰਪਰਾ ਇਹ ਹੁੰਦੀ ਆ ਕਿ ਜਿਹੜਾ ਵੀ ਬੰਦਾ ਹਾਊਸ ਦੇ ਵਿੱਚ ਚੁਣਿਆ ਸਭ ਤੋਂ ਸੀਨੀਅਰ ਆ, ਜਿੱਦਾਂ ਕੋਈ 4 ਵਾਰੀ ਆਇਆ, 5 ਵਾਰੀ ਆਇਆ, 6 ਵਾਰੀ ਆਇਆ, ਉਹ ਸਭ ਤੋਂ ਜ਼ਿਆਦਾ ਸੀਨੀਅਰ ਆ, ਤਾਂ ਉਹਨੂੰ ਹੀ ਪਰੰਪਰਾ ਦੇ ਮੁਤਾਬਕ ਮੌਕਾ ਦਿੱਤਾ ਜਾਂਦਾ। ਪਰ ਇਹਨਾਂ ਨੇ ਬੋਪਾਇਆ ਨੂੰ ਮੌਕਾ ਦਿੱਤਾ ਜਿਹੜਾ ਪਹਿਲਾਂ 4 ਸਾਲ ਸਪੀਕਰ ਰਿਹਾ ਤੇ ਜਿਹਨੇ ਯੇਦੀਯੁਰੱਪਾ ਦੀ ਸਰਕਾਰ ਡਿੱਗਦੀ ਸਪੀਕਰ ਦੇ ਤੌਰ ਤੇ ਬਚਾ ਲਈ ਸੀ 16 ਵਿਧਾਇਕਾਂ ਨੂੰ ਬਰਖਾਸਤ ਕਰਕੇ, ਤੇ ਸੁਪਰੀਮ ਕੋਰਟ ਤੋਂ ਉਹਨੇ ਬੜੀਆਂ ਲਾਹਨਤਾਂ ਖੱਟੀਆਂ ਸੀਗੀਆਂ। ਸੋ ਉਸੇ ਬੰਦੇ ਨੂੰ ਇਹਨਾਂ ਨੇ ਪ੍ਰੋਟੈਮ ਸਪੀਕਰ ਵੀ ਨਿਯੁਕਤ ਕਰ ਦਿੱਤਾ, ਯਾਨੀ ਜਿਹੜੀ ਅਖੀਰਲੀ ਚਾਲ ਸੀਗੀ ਉਹ ਵੀ ਚੱਲ ਦਿੱਤੀ ਹੈ। ਸੋ ਜਿਹੜਾ ਇਹਨਾਂ ਦੇ ਹੱਥ ਵੱਸ ਸੀਗਾ, ਕਿਉਂਕਿ ਵੇਖੋ ਇਹਨਾਂ ਨੇ ਕੰਮ ਕਿੱਡੇ ਜਲਦੀ ਕੀਤੇ, ਤੱਤ ਫੱਟ। ਜਿਹੜਾ ਯੇਦੀਯੁਰੱਪਾ ਹਾਲੇ ਤੱਕ ਆਪਣਾ ਕੈਬਨਿਟ ਵੀ ਨਹੀਂ ਬਣਾ ਸਕਿਆ, ਹਾਲੇ ਤੱਕ ਬਹੁਮਤ ਵੀ ਨਹੀਂ ਸਿੱਧ ਕਰ ਚੁੱਕਿਆ, ਉਹਨੇ ਕੀ ਕੀਤਾ ਕਿ ਨਾਲ ਦੀ ਨਾਲ ਸੁਈਆ ਵਿਭਾਗ ਦਾ ਜਿਹੜਾ ਮੁਖੀਆ ਸੀ ਉਹ ਬਦਲ ਦਿੱਤਾ। ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਨੀਤੀਗਤ ਫੈਸਲੇ ਨਹੀਂ ਲੈ ਸਕਦੇ, ਤੁਸੀਂ ਚੀਫ ਮਿਨਿਸਟਰ ਨਹੀਂ ਆਲੇ, ਤੁਸੀਂ ਸਿਰਫ ਸਹੁੰ ਚੁੱਕੀ ਆ, ਅਧਿਕਾਰਤ ਤੌਰ ਤੇ ਨਹੀਂ ਤੁਹਾਨੂੰ ਚੀਫ ਮਿਨਿਸਟਰ ਮੰਨਿਆ ਜਾ ਸਕਦਾ। ਸੋ ਉਹ ਵੀ ਇੱਕ ਵੇਖੋ ਇਹਨਾਂ ਦੀ ਕਿੱਡੀ ਪੈਂਤੜੇਬਾਜ਼ੀ ਵਾਲੀ ਗੱਲ ਸੀਗੀ, ਕਿਉਂਕਿ ਸੁਈਆ ਵਿਭਾਗ ਦੀ ਜ਼ਰੂਰਤ ਪੈਣੀ ਸੀ ਨਾ ਇਹਨਾਂ ਨੂੰ, ਤਾਂ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਸੁਈਆ ਵਿਭਾਗ ਹੈ ਜਿਹੜਾ ਉਹੀ ਜੋੜਿਆ। ਸੋ ਇਹਨਾਂ ਚੀਜ਼ਾਂ ਤੇ ਵੀ ਰੋਕ ਲੱਗ ਗਈ ਆ। ਹੁਣ ਜਿਹੜੀ ਚੀਜ਼ ਵੇਖਣ ਵਾਲੀ ਆ ਉਹ ਕੱਲ ਨੂੰ ਇਹੋ ਹੀ ਹੋਊਗੀ ਕਿ ਪ੍ਰੋਟੈਮ ਸਪੀਕਰ ਹੈ ਜਿਹੜਾ, ਕੀ ਉਹਦੀ ਨਿਯੁਕਤੀ ਨੂੰ ਸਵੇਰੇ ਸੁਪਰੀਮ ਕੋਰਟ 'ਚ ਕੋਈ ਚੈਲੰਜ ਹੁੰਦਾ ਜਾਂ ਨਹੀਂ, ਕਿਉਂਕਿ ਪਰੰਪਰਾ ਦੇ ਮੁਤਾਬਕ ਇਹ ਨਿਯੁਕਤੀ ਵੀ ਵਿਵਾਦਤ ਆ। ਤਾਂ ਇਹ ਪਹਿਲਾਂ ਵੇਖਣਾ ਹੋਊਗਾ ਕਿ ਕੀ ਸਵੇਰੇ ਕਾਂਗਰਸ ਜਿਹੜੀ ਹੈ ਉਹ ਸੁਪਰੀਮ ਕੋਰਟ 'ਚ ਪਹੁੰਚਦੀ ਹੈ ਜਾਂ ਨਹੀਂ। ਤਾਂ ਜੇ ਫਿਰ ਫਲੋਰ ਟੈਸਟ ਹੁੰਦਾ ਸ਼ਾਮੀ 4 ਵਜੇ ਤਾਂ ਉਹਦੇ ਵਿੱਚ ਕੀ ਵਾਪਰਦਾ, ਜਿਹੜਾ ਇਹ ਸਪੀਕਰ ਆ ਕੀ ਇਹ ਅੜਿੱਕਾ ਡਾਊਗਾ। ਮੈਂ ਤੁਹਾਨੂੰ ਇੱਕ ਦੱਸ ਦੇਵਾਂ ਕਿ ਇਕੱਲਾ ਆਰਜੀ ਸਪੀਕਰ ਨਹੀਂ ਹੈ, ਇਹਦੇ ਕੋਲ ਵਿਧਾਨਕ ਸ਼ਕਤੀਆਂ ਰਹਿਣਗੀਆਂ, ਕਿਉਂਕਿ ਚਾਹੇ ਆਰਜੀ ਸਪੀਕਰ ਹੋਵੇ, ਵਕਤੀ ਤੌਰ ਤੇ ਸਪੀਕਰ ਹੋਵੇ, ਉਹਦੇ ਕੋਲ ਵਿਧਾਨਕ ਸ਼ਕਤੀਆਂ ਰਹਿੰਦੀਆਂ। ਇੱਕ ਉਦਾਹਰਨ ਦੇ ਦਿੰਦਾ ਕਿ ਮਸਲਨ ਜੇ ਕੋਈ ਕ੍ਰਾਸ ਵੋਟਿੰਗ ਕਰਦਾ ਜਾਂ ਕੋਈ ਦਲ ਬਦਲੀ ਕਰਦਾ, ਉਹ ਮੌਕੇ ਤੇ ਸਪੀਕਰ ਕਾਰਵਾਈ ਨਹੀਂ ਕਰਦਾ, ਟਾਲ ਦਿੰਦਾ ਕਿ ਬਾਅਦ ਦੇ ਵਿੱਚ ਕਾਰਵਾਈ ਕੀਤੀ ਜਾਊਗੀ, ਤਾਂ ਇੱਕ ਵਾਰੀ ਬੇੜੀ ਜਿਹੜੀ ਹੈ ਉਹ ਪੱਤ ਨੂੰ ਪਾਰ ਲੱਗ ਜਾਊਗੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪ੍ਰੋਟੈਮ ਸਪੀਕਰ ਦੇ ਹੱਥ 'ਚ ਰਹਿਣਗੀਆਂ। ਦੇਖਣਾ ਹੋਊਗਾ ਕਿ ਉਹ ਸਪੀਕਰ ਕੀ ਜਲਵਾ ਦਿਖਾਉਂਦਾ। ਪਰ ਇੱਥੇ ਇੱਕ ਗੱਲ ਤੈਅ ਮੰਨ ਕੇ ਚਲੋ ਕਿ ਜੇ ਤਾਂ ਇਹਨਾਂ ਨੇ ਜੋੜ ਤੋੜ ਕਰ ਲਿਆ ਅੱਜ ਦੀ ਰਾਤ ਦੇ ਵਿੱਚ, ਜਿਹੜਾ ਕਿ ਹੋਣ ਦੀ ਸੰਭਾਵਨਾ ਹੈ, ਯੇਦੀਯੁਰੱਪਾ ਭੱਜਿਆ ਫਿਰਦਾ ਕਿਉਂਕਿ ਉਹਦਾ ਆਖਰੀ ਦਾ ਆ, RSS ਉਹਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਕਿ ਜੋੜ ਤੋੜ ਕਰਕੇ ਉਹਨੂੰ ਮੁੱਖ ਮੰਤਰੀ ਬਣਾਇਆ ਜਾਵੇ। ਅਮਿਤ ਸ਼ਾਹ ਦੀ ਜਿੱਦ ਆ ਕਿ ਇਹ ਮਿੱਤਰਾਂ ਦੀ ਮੁੱਛ ਦਾ ਸਵਾਲ ਆ। ਤਾਂ ਹੁਣ ਯੇਦੀਯੁਰੱਪਾ ਲਿੰਗਾਇਤ ਜਿਹੜੇ ਬਹੁਤ ਵੱਡਾ ਉੱਥੇ ਦਬਦਬਾ ਰੱਖਦੇ ਰਾਜਨੀਤੀ 'ਚ, ਲਿੰਗਾਇਤ ਧਾਰਮਿਕ ਗੁਰੂਆਂ ਦੇ ਕੋਲ ਵੀ ਗਿਆ ਕਿ ਘੱਟੋ ਘੱਟ ਜਿਹੜੇ ਲਿੰਗਾਇਤ ਸਮੁਦਾਇ ਦੇ ਨਾਲ ਤਾਲੁਕ ਰੱਖਦੇ ਆ ਕਾਂਗਰਸੀ ਵਿਧਾਇਕ, ਉਹ ਹੀ ਨਦਾਰਦ ਰਹਿ ਜਾਣ ਕੱਲ ਨੂੰ, ਤਾਂ ਮੇਰੀ ਗੱਲ ਬਣ ਜਾਊਗੀ। ਹੁਣ ਦੇਖਦੇ ਆ ਕੀ ਬਣਦਾ। ਜੇ ਤਾਂ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੋਟੀ ਫਿੱਟ ਕਰ ਲਈ ਤੇ ਫਿਰ ਤੇ ਸਭ ਕੁਝ ਠੀਕ ਠਾਕ ਹੋ ਜਾਣਾ, ਤੇ ਜੇ ਨਹੀਂ ਤੇ ਫਿਰ ਉੱਥੇ ਕਮਸਾਨ ਮਚਣਾ ਲਗਭਗ ਤੈਅ ਆ। ਤਾਂ ਉਸ ਸੂਰਤ ਦੇ ਵਿੱਚ ਜਿਹੜਾ ਇਹ ਸਪੀਕਰ, ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਸਪੀਕਰ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦਾ। ਸੋ ਦੇਖਦੇ ਆ ਕੱਲ ਨੂੰ ਕਿ ਕਾਂਗਰਸੀ
ਕਾਮਯਾਬ ਹੁੰਦੇ ਆ ਜਾਂ ਫਿਰ ਉੱਥੇ ਯੇਦੀਯੁਰੱਪਾ ਮੁੱਖ ਮੰਤਰੀ ਬਣਦਾ। ਯਾਨੀ ਕਰਨਾਟਕ ਦੇ ਵਿੱਚ ਫਿਰ ਦੋਵੇਂ ਹੋ ਜਾਣਗੇ, ਇੱਕ ਰਾਜਪਾਲ ਵੀ ਭਾਜਪਾ ਦਾ, ਇੱਕ ਮੁੱਖ ਮੰਤਰੀ ਵੀ ਭਾਜਪਾ ਦਾ। ਜੀ ਜੀ ਜੀ। ਤੇ ਮਿੰਟੂ ਜੀ, ਕਾਂਗਰਸ ਇਸ ਦੇ ਉੱਤੇ ਕੀ ਕਹਿ ਰਹੀ ਆ? ਉਹਨਾਂ ਦੇ ਵੱਲੋਂ ਜਾਂ ਜਨਤਾ ਦਲ ਜਿਹੜਾ ਦੇਵੇ ਗੌੜਾ ਵਾਲਿਆਂ ਦਾ ਖੇਮਾ ਹੈ, ਉਹ ਖੁਸ਼ ਨੇ, ਨਾਰਾਜ਼ ਨੇ, ਕਿ ਉਹਨਾਂ ਨੂੰ ਲੱਗਦਾ ਵੀ ਚਾਂਸ ਹੈ? ਨਹੀਂ ਦੇਖੋ, ਉਹ ਤੇ ਕੌਨਫੀਡੈਂਟ ਹੈਗੇ ਹੀ ਆ, ਉਹ ਤੇ ਮੰਨ ਕੇ ਚੱਲਦੇ ਪਏ ਕਿ ਸਾਡੇ ਜਿਹੜੇ ਬੰਦੇ, ਹਾਲਾਂਕਿ ਇਹਨਾਂ ਦਾ ਇੱਕ ਬੰਦਾ ਜਿਹੜਾ ਆਨੰਦ ਸਿੰਘ, ਉਹ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਸੀਗਾ ਤੇ ਇੱਧਰ ਆ ਗਿਆ। ਉਹਦੇ ਬਾਰੇ ਚਰਚਾਵਾਂ ਕਈ ਚੱਲਦੀਆਂ ਪਈਆਂ ਕਿ ਇੱਕ ਤੇ ਉਹਦੇ ਤੇ ਦਬਾਅ ਬਣਾਇਆ ਜਾ ਰਿਹਾ ਏਜੰਸੀਆਂ ਵੱਲੋਂ, ਦੂਸਰਾ ਇਹ ਕਿਹਾ ਜਾ ਰਿਹਾ ਕਿ ਉਹਨੂੰ ਇਹਨਾਂ ਨੇ ਬੰਦਕ ਬਣਾਇਆ ਹੋਇਆ। ਗੁਲਾਮ ਨਬੀ ਦਾ ਬਿਆਨ ਸੀਗਾ, ਗੁਲਾਮ ਨਬੀ ਕਹਿਣ ਡਿਆ ਸੀਗਾ ਕਿ ਦਿੱਲੀ ਦੇ ਵਿੱਚ ਉਹਨੂੰ ਬੁਲਾਇਆ ਗੱਲਬਾਤ ਕਰਨ ਲਈ ਤੇ ਉੱਥੇ ਹੀ ਰੱਖ ਲਿਆ ਗਿਆ, ਜ਼ਬਰਦਸਤੀ ਬਿਠਾ ਲਿਆ ਗਿਆ ਉਹਨੂੰ। ਤਾਂ ਇੱਕ ਤੇ ਮੰਨ ਕੇ ਚਲੋ ਗਾਇਬ ਹੈਗਾ ਹੀ ਹੈਗਾ। ਹਾਂ, ਜੋੜ ਤੋੜ ਦੀਆਂ ਗੱਲਾਂ ਤੇ ਸਾਹਮਣੇ ਆਉਂਦੀਆਂ ਪਈਆਂ ਕਾਂਗਰਸੀਆਂ ਨੇ, ਤੇ ਇੱਥੋਂ ਤੱਕ ਕਿ ਆ ਜਿਹੜਾ ਸੌਫਟਵੇਅਰ ਹੁੰਦਾ ਹੈ ਨਾ, ਤੁਸੀਂ ਤੇ ਮਾਹਰ ਹੋ ਇਹਨਾਂ ਚੀਜ਼ਾਂ ਦੇ, ਆ ਰਿਕਾਰਡਿੰਗ ਕਰਦਾ ਜਿਹੜਾ ਕਾਲ ਨੂੰ, ਤਾਂ ਇਹ ਸੌਫਟਵੇਅਰ ਵੀ ਸਾਰਿਆਂ ਦੇ ਮੋਬਾਈਲਾਂ 'ਚ ਇੰਸਟਾਲ ਕਰਾ ਦਿੱਤਾ ਕਿ ਤੁਹਾਨੂੰ ਜੇ ਕੋਈ ਖਰੀਦੋ ਫਰੋਖਤ ਦੀ ਕਾਲ ਆਉਂਦੀ ਤੇ ਰਿਕਾਰਡ ਕਰੋ, ਰਿਕਾਰਡ ਤੇ ਲਵੋ। ਇੱਥੋਂ ਤੱਕ ਦੋਸ਼ ਲੱਗਾ ਕਿ ਜਿਹੜਾ ਸ਼੍ਰੀ ਰਾਮੁਲੂ ਹੈ, ਜਿਹੜਾ ਜਿਹਨੇ ਇਹਨਾਂ ਨੂੰ ਹਰਾਇਆ ਵੀ ਮੇਰੇ ਖਿਆਲ ਦੇ ਨਾਲ ਇਹਦੀ ਸਿੱਧਾਰਮਈਆ ਨੂੰ ਇੱਕ ਸੀਟ ਤੋਂ, ਤਾਂ ਉਹਨੇ ਦੱਸਦੇ ਕਿ ਕੰਟੈਕਟ ਕਰਨ ਦਾ ਯਤਨ ਕੀਤਾ ਪਰ ਪਿੱਛੇ ਮੁੜ ਗਿਆ ਉਹ ਬਾਅਦ ਦੇ ਵਿੱਚ। ਉਹ ਦੋਸ਼ ਇਨਕਾਰ ਕਰਦਾ ਇਹਨਾਂ ਤੋਂ। ਇਹ ਕਹਿੰਦੇ ਆ ਕਿ ਉਹਨੇ ਕੋਸ਼ਿਸ਼ ਕੀਤੀ ਹੈ ਸ਼੍ਰੀ ਰਾਮੁਲੂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਰਦੀਆਂ ਪਈਆਂ, ਐਸੀ ਗੱਲ ਨਹੀਂ ਹੈਗੀ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਨਿਕਲਦੀ ਪਈ ਆ, ਬੜੀ ਦਿਲਚਸਪ ਆ, ਕਿ ਜਿਸ ਹੋਟਲ ਦੇ ਵਿੱਚ ਇਹਨਾਂ ਨੇ ਆਪਣਾ ਵਾਰ ਰੂਮ ਬਣਾਇਆ ਜਾ ਕੇ ਬੰਗਲੌਰ ਦੇ ਵਿੱਚ ਭਾਜਪਾ ਵਾਲਿਆਂ ਨੇ, ਜਿੱਥੇ ਇਹਨਾਂ ਦੇ ਕੈਬਨਿਟ ਦੇ ਮੰਤਰੀ ਬੈਠੇ ਆ, JP ਨੱਡਾ ਵਰਗੇ, ਪ੍ਰਕਾਸ਼ ਜਾਵੜੇਕਰ ਵਰਗੇ, ਯਾਨੀ ਪੂਰਾ ਥਿੰਕ ਟੈਂਕ ਜਿਹੜਾ ਬੈਠਾ, ਉਸੇ ਹੀ ਹੋਟਲ ਦੇ ਵਿੱਚ ਅੱਜ ਦੇਵਗੌੜਾ ਦਾ ਮੁੰਡਾ ਰਿਹਾ ਕੁਮਾਰ ਸਵਾਮੀ, ਤੇ ਗੱਲਾਂ ਬਾਤਾਂ ਉੱਥੇ ਇਹਨਾਂ ਦੀਆਂ ਕੀ ਹੋਈਆਂ ਉਹ ਤੇ ਆਪਾਂ ਕੋਲ ਨਹੀਂ ਹੈ, ਪਰ ਕਿਆਫੇ ਕਈ ਲੱਗਦੇ ਪਏ। ਹੋ ਸਕਦਾ, ਕਿਉਂਕਿ ਦੇਖੋ ਇਹ ਜਿਹੜਾ ਕੁਮਾਰ ਸਵਾਮੀ ਆ ਨਾ, ਇਹਦਾ ਜੇ ਤੁਸੀਂ ਪਿਛੋਕੜ ਵੇਖੋਗੇ, ਕੁਮਾਰ ਸਵਾਮੀ ਨੇ ਕੀ ਕੀਤਾ ਸੀਗਾ ਕਿ ਇਹਨਾਂ ਨੇ ਜਦੋਂ 2004 ਚ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਰਲ ਕੇ ਸਰਕਾਰ ਬਣਾਈ ਸੀਗੀ, ਮੁੱਖ ਮੰਤਰੀ ਹੁੰਦਾ ਸੀ, ਇਹਨੇ ਕੁਮਾਰ ਸਵਾਮੀ ਨੇ ਬਗਾਵਤ ਕਰ ਦਿੱਤੀ ਸੀ, ਆਪਣਾ ਲੋਂਗਲਾਣਾ ਲੈ ਕੇ ਭਾਰਤੀ ਜਨਤਾ ਪਾਰਟੀ ਨਾਲ ਰਲ ਗਿਆ ਸੀ। ਭਾਰਤੀ ਜਨਤਾ ਪਾਰਟੀ ਨਾਲ ਸੌਦਾ ਮਾਰ ਲਿਆ ਕਿ ਰਹਿੰਦਾ ਸਮਾਂ ਜਿਹੜਾ ਅੱਧਾ ਮੈਂ ਮੁੱਖ ਮੰਤਰੀ ਰਹੂੰ, ਅੱਧਾ ਤੁਸੀਂ। ਤੇ ਜਦੋਂ ਆਪਣੀ ਟਰਮ ਖਤਮ ਹੋਈ, ਇਹਨੇ ਆਪਣੇ ਸਾਰੇ ਕੈਬਨਿਟ ਦੇ ਨਾਲ ਜਾ ਕੇ ਤੇ ਉੱਥੇ ਅਸਤੀਫਾ ਦੇ ਦਿੱਤਾ, ਰਾਸ਼ਟਰਪਤੀ ਸ਼ਾਸਨ ਲੱਗ ਗਿਆ ਸੀਗਾ। ਇਹਨਾਂ ਨੇ ਚਲਾਕੀਆਂ ਇਹੋ ਜਿਹੀਆਂ ਕੀਤੀਆਂ ਨੇ ਅੱਗੇ ਵੀ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਆਪਾਂ ਨਿਰਧਾਰਤ ਨਹੀਂ ਕਰ ਸਕਦੇ, ਰੱਦ ਨਹੀਂ ਕਰ ਸਕਦੇ ਕਿ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਦੇਵਗੌੜਾ ਨੂੰ ਵੀ ਅੱਜ ਮੋਦੀ ਨੇ ਫੋਨ ਕੀਤਾ, ਮੋਦੀ ਨੇ ਵੀ, ਨਰਿੰਦਰ ਮੋਦੀ ਨੇ ਫੋਨ ਕੀਤਾ। ਇਹ ਤੇ ਕਹਿੰਦੇ ਆ ਕਿ ਉਹ ਜੀ ਦੇਖੋ, ਇੱਕ ਪ੍ਰੋਟੋਕਾਲ ਦੇ ਮੁਤਾਬਕ ਮੋਦੀ ਸਾਹਿਬ ਨੇ ਵਧਾਈ ਦਿੱਤੀ ਆ, ਕਿਉਂਕਿ ਦੇਵਗੌੜਾ ਸਾਹਿਬ ਦਾ ਜਨਮ ਦਿਹਾੜਾ ਸੀਗਾ। ਪਰ ਲੋਕੀ ਕਹਿੰਦੇ ਆ ਕਿ ਜਨਮ ਦਿਹਾੜਾ ਯਾਦਗਾਰ ਵੀ ਬਣਾਇਆ ਜਾ ਸਕਦਾ, ਕਿਉਂਕਿ ਮੋਦੀ ਇਹਨਾਂ ਚੀਜ਼ਾਂ 'ਚ ਮਾਹਰ ਆ। ਸੋ ਇੱਕ ਫੋਨ ਕਾਲ ਆਉਣੀ, ਇੱਕ ਉਸੇ ਹੋਟਲ ਦੇ ਵਿੱਚ ਕੁਮਾਰ ਸਵਾਮੀ ਦਾ ਅੱਜ ਠਹਿਰਨਾ, ਇਹ ਕਈ ਚੀਜ਼ਾਂ ਨੂੰ ਜਨਮ ਦਿੰਦਾ, ਕਈ ਚਰਚਾਵਾਂ ਨੂੰ ਜਨਮ ਦਿੰਦਾ। ਯਾਨੀ ਕੁੱਲ ਮਿਲਾ ਕੇ ਕਿਆਫੇ ਤੇ ਬਹੁਤ ਲੱਗਦੇ ਪਏ ਆ, ਪਰ ਅਸਲ ਦੇ ਵਿੱਚ ਕੁਝ ਘੰਟਿਆਂ ਬਾਅਦ ਸਾਰੀ ਕਹਾਣੀ ਹੈ ਜਿਹੜੀ ਉਹ ਸਾਫ਼ ਹੋ ਜਾਊਗੀ ਕਿ ਕਿਹੜਾ ਬੰਦਾ ਕਿਹਦੇ ਨਾਲ ਖੜਿਆ, ਕਿਹੜੇ ਬੰਦੇ ਨੇ ਕਿੰਨਾ ਜੋੜ ਤੋੜ ਕੀਤਾ, ਕਿਹੜਾ ਬੰਦਾ ਬਾਜ਼ੀ ਮਾਰਦਾ। ਪਰ ਹੈ ਜੋ ਵੀ ਆ, ਉਹ ਸਭ ਕੁਝ ਡੈਮੋਕ੍ਰੇਸੀ ਦੇ ਲਿਹਾਜ਼ ਨਾਲ ਠੀਕ ਥੋੜੀ ਕਿਹਾ ਜਾ ਸਕਦਾ, ਤਮਾਸ਼ਾ। ਔਰ ਇਸ ਤਮਾਸ਼ੇ ਦਾ ਲੋਕ ਮਜ਼ਾ ਖੂਬ ਲੈ ਰਹੇ, ਵੇਖਣ ਵਾਲੀ ਗੱਲ ਹੈ, ਵਿਲੱਖਣ ਗੱਲ ਆ। ਜੀ ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਗੈਰ ਭਾਜਪਾ ਸ਼ਾਸਿਤ ਰਾਜਾਂ ਨੇ 15ਵੇਂ ਵਿੱਤ ਕਮਿਸ਼ਨ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਦੇਖੋ, ਇਹ ਆ ਮੁੱਦੇ, ਅਸਲ ਇਹ ਆ ਮੁੱਦੇ ਜਿੱਥੇ ਸੰਘੀ ਢਾਂਚੇ ਨੂੰ ਢਾਹ ਲਾਈ ਜਾ ਰਹੀ ਹੈ, ਖੁਦ ਮੁਖਤਿਆਰੀ ਨੂੰ ਢਾਹ ਲਾਈ ਜਾ ਰਹੀ ਹੈ। ਹੁਣ ਦੇਖੋ ਰੌਲਾ ਕੀ ਆ, ਵਿੱਤ ਕਮਿਸ਼ਨ ਜਿਹੜਾ ਹੁੰਦਾ, ਵੈਸੇ ਤੁਹਾਨੂੰ ਪਤਾ ਹੀ ਹੈ ਕਿ ਕੌਂਸਲ ਜਿਹੜੀ ਹੁੰਦੀ ਹੈ ਉਹ ਵੱਖਰੀ ਚੀਜ਼ ਹੁੰਦੀ ਹੈ, ਜਿੱਦਾਂ ਇਲੈਕਟਡ ਬਾਡੀ ਹੁੰਦੀ, ਕਮਿਸ਼ਨ ਹੁੰਦਾ ਜਿਹੜਾ ਸਰਕਾਰ ਵੱਲੋਂ ਨੋਮੀਨੇਟ ਕੀਤਾ ਜਾਂਦਾ। ਤਾਂ ਇਹ ਜਿਹੜਾ 15ਵਾਂ ਵਿੱਤ ਕਮਿਸ਼ਨ ਹੈ, ਅਸਲ ਦੇ ਵਿੱਚ ਵਿੱਤ ਕਮਿਸ਼ਨ ਦਾ ਮਤਲਬ ਇਹ ਹੁੰਦਾ ਕਿ ਇਹ ਜਿਹੜੇ ਜੋ ਵੀ ਦਿੰਦੇ ਆ, ਪੈਕੇਜ ਦਿੰਦੇ ਆ, ਮਤਲਬ ਕਿ ਪੈਸਿਆਂ ਦੇ ਰੂਪ ਦੇ ਵਿੱਚ ਸਟੇਟਾਂ ਨੂੰ ਜੋ ਵੀ ਹਿੱਸੇਦਾਰੀ ਹੁੰਦੀ ਹੈ ਮਾਲੀਏ ਦੇ ਵਿੱਚ, ਇਹ ਤੈਅ ਕੀਤੀ ਜਾਂਦੀ ਆ। ਤਾਂ ਇਹ ਫਾਰਮੂਲੇ ਘੜੇ ਜਾਂਦੇ ਆ ਵੱਖੋ ਵੱਖਰੇ। ਹੁਣ ਇੱਥੇ ਰੌਲਾ ਇਹ ਆ ਕਿ ਇਸ 15ਵੇਂ ਵਿੱਤ ਕਮਿਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਆਬਾਦੀ ਵਾਲਾ ਸੂਚਕਾਂਕ ਲਿਆ, ਉਹ 2011 ਵਾਲਾ ਲਿਆ। ਮਤਲਬ ਕਿ ਆਬਾਦੀ ਦਾ ਜਿਹੜਾ ਇਹਨਾਂ ਨੇ
ਅੰਕੜਾ ਚੁੱਕਿਆ ਉਹ 2011 ਵਾਲਾ ਚੁੱਕਿਆ, ਜਿਹੜਾ ਕਿ ਆਮ ਤੌਰ ਤੇ ਚਾਹੇ 13ਵਾਂ ਵਿੱਤ ਕਮਿਸ਼ਨ ਸੀ ਚਾਹੇ 14ਵਾਂ ਵਿੱਤ ਕਮਿਸ਼ਨ ਸੀਗਾ, ਉਹ ਲੈਂਦਾ ਸੀਗਾ 71 ਵਾਲਾ ਜੀ। ਤੇ ਹੁਣ 71 ਤੇ 2011 ਚ ਫਰਕ ਇਹ ਆ ਕਿ ਦੇਖੋ ਉਸ ਸਮੇਂ ਕੁਛ ਰਾਜ ਸੀਗੇ ਜਿਹੜੇ ਉਹਨਾਂ ਦੀ ਆਬਾਦੀ ਠੀਕ ਠਾਕ ਚੱਲਦੀ ਪਈ ਸੀਗੀ, ਬਾਅਦ ਦੇ ਵਿੱਚ ਉਹਨਾਂ ਨੇ ਪਰਿਵਾਰ ਨਿਯੋਜਨ ਸਕੀਮ ਨੂੰ ਬਹੁਤ ਸਫਲਤਾਪੂਰਵਕ ਨੇਪਰੇ ਚਾੜਿਆ, ਜਿਨ੍ਹਾਂ ਚੋਂ ਆਪਣਾ ਰੰਗਲਾ ਪੰਜਾਬ ਵੀ ਇੱਕ ਆ। ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਪੰਜਾਬ ਦੀ ਜੰਮਣ ਦਰ ਹੈ ਜਿਹੜੀ ਨਾਰਮਲ, ਜਿਹੜੀ ਦੁਨੀਆ ਦੀ ਸਰਵਸ਼੍ਰੇਸ਼ਟ ਕਹੀ ਜਾਂਦੀ ਹੈ, ਉਹ ਤੋਂ ਵੀ ਠੀਕ ਆ, ਉਹ ਤੋਂ ਵੀ ਥੱਲੇ ਆ। ਤਾਂ ਪੰਜਾਬ ਹੋਇਆ, ਕੇਰਲ ਹੋਇਆ, ਆਂਧਰਾ ਹੋਇਆ, ਪੁਡੂਚੇਰੀ ਹੋਇਆ, ਦਿੱਲੀ ਵੀ ਆ ਜਾਂਦਾ ਵਿੱਚ, ਬੰਗਾਲ ਵੀ ਆ ਜਾਂਦਾ। ਇਹ ਇਸ ਚੀਜ਼ ਦਾ ਵਿਰੋਧ ਕਰਦੇ ਪਏ ਆ। ਕਹਿੰਦੇ ਆ ਕਿ ਜੇ ਤੁਸੀਂ 2011 ਵਾਲੀ ਆਬਾਦੀ ਦਾ ਅੰਕੜਾ ਚੁੱਕੋਗੇ ਤਾਂ ਫੇਰ ਭਾਈ ਸਾਨੂੰ ਬਹੁਤ ਵੱਡੀ ਢਾਹ ਲੱਗੂਗੀ, ਕਿਉਂਕਿ ਸਾਡੇ ਜਿਹੜੇ ਮਾਲੀਆ ਹਿੱਸੇ ਉਹ ਘੱਟ ਜਾਣੇ ਆ। ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ ਕਿ ਜੇ 1971 ਵਾਲਾ ਅੰਕੜਾ ਛੱਡ ਕੇ ਇਹ ਚੱਕਦੇ ਆ 2011 ਵਾਲਾ, ਜਿਹੜਾ ਆਂਧਰਾ ਪ੍ਰਦੇਸ਼ ਦਾ ਹਿੱਸਾ 1000 ਰੁਪਏ ਪਿੱਛੇ ਉਹਨਾਂ ਨੂੰ 69 ਰੁਪਈਆਂ ਦਾ ਘਾਟਾ ਪੈਂਦਾ ਸਿੱਧਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਉਹਨਾਂ ਦਾ ਨੁਕਸਾਨ ਹੋਊਗਾ ਮਾਲੀਆ ਤੌਰ ਤੇ, ਜੇ ਆਪਾਂ 50 ਸਾਲਾਂ ਨਾਲ ਲਾ ਲਈਏ ਕਿੰਨਾ ਨੁਕਸਾਨ ਹੋਊਗਾ 1000 ਰੁਪਏ ਪਿੱਛੇ। ਮਤਲਬ ਕਿ ਜਿਹੜਾ ਸਟੇਟ ਨੂੰ ਇਹਨਾਂ ਨੇ ਕੇਂਦਰ ਵੱਲੋਂ ਪੈਸਾ ਦੇਣਾ, 1000 ਰੁਪਏ ਪਿੱਛੇ ਸਿੱਧਾ 69 ਰੁਪਏ ਨੁਕਸਾਨ ਹੋਣ ਦਿਆ। ਤਾਂ ਇਹੀ ਹਾਲ ਪੰਜਾਬ ਦਾ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ ਕਿ ਕਿੰਨਾ ਹਜ਼ਾਰ ਪਿੱਛੇ ਇਹਨਾਂ ਨੂੰ ਲਾਸ ਹੋਊਗਾ, ਪਰ ਲਾਸ ਇਹਨਾਂ ਨੂੰ ਵੀ ਹੈ। ਸੋ ਜਿਹੜੇ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ ਆ, ਉਹ ਇੱਕ ਲੌਬੀ ਬਣਾ ਰਹੇ ਆ ਜਿਨ੍ਹਾਂ ਨੂੰ ਖਾਸ ਤੌਰ ਤੇ ਨੁਕਸਾਨ ਝੱਲਣਾ ਪੈ ਰਿਹਾ। ਸੋ ਇਹਦੀ ਅਗਵਾਈ ਕਰਦਾ ਪਿਆ ਕੇਰਲ। ਹਾਲਾਂਕਿ ਪੰਜਾਬ ਦੇ ਜਿਹੜੇ ਹਾਕਮ ਆ ਥੋੜੇ ਜਿਹੇ ਬਚ ਕੇ ਬੋਝ ਕੇ ਬੋਲਦੇ ਪਏ ਆ, ਪਰ ਕੇਰਲ ਹੋਵੇ ਚਾਹੇ ਆਂਧਰਾ ਹੋਵੇ, ਉਹ ਬਹੁਤ ਉੱਚੀ ਪਿੱਟਦੇ ਪਏ ਆ ਕਿ ਸਰਾਸਰ ਸਾਡੇ ਨਾਲ ਧੱਕਾ ਅਨਿਆਂ ਆ। ਇੱਕ ਤੇ ਅਸੀਂ ਪਰਿਵਾਰ ਨਿਯੋਜਨ ਸਕੀਮ ਨੂੰ ਹੈ ਜਿਹੜਾ ਉਹ ਇੰਨਾ ਸਫਲਤਾਪੂਰਵਕ ਨੇਪਰੇ ਚਾੜਿਆ, ਦੂਸਰਾ ਤੁਸੀਂ ਸਾਨੂੰ ਢਾਹ ਲਾ ਰਹੇ ਹੋ। ਇਹਦੇ ਵਿੱਚ ਇੱਕ ਰਫੜ ਇਹ ਵੀ ਆ ਕਿ ਇਹ ਰਾਜ ਕਹਿੰਦੇ ਆ ਕਿ ਅਸੀਂ ਮਾਲੀਆ ਤੁਹਾਨੂੰ ਵੱਧ ਕਮਾ ਕੇ ਦਿੰਦੇ ਆ, ਔਰ ਸਾਡੀ ਕਮਾਈ ਜਿਹੜੀ ਆ ਤੁਸੀਂ ਦੇਖ ਨੂੰ ਰਹੇ ਹੋ ਜਿਹੜੇ ਰਾਜ ਕਮਾਈ ਘੱਟ ਕਰਦੇ ਆ, ਜਿਨ੍ਹਾਂ ਦੀ ਵਸੋਂ ਜ਼ਿਆਦੀ ਆ। ਉਦਾਹਰਨ ਦੇ ਤੌਰ ਤੇ ਯੂਪੀ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਇਹਨਾਂ ਸੂਬਿਆਂ ਤੇ ਇਹ ਦੋਸ਼ ਲਾਉਂਦੇ ਆ ਸੂਬੇ ਕਿ ਕਮਾਈ ਅਸੀਂ ਕਰਕੇ ਦਿੰਦੇ ਆ ਤੁਹਾਨੂੰ, ਮਾਲੀਆ ਅਸੀਂ ਦਿੰਦੇ ਆ ਤੁਹਾਨੂੰ, ਖਪਾਈ ਤੁਸੀਂ ਇਹਨਾਂ ਦੇ ਵਿੱਚ ਜਾਂਦੇ ਹੋ। ਸੋ ਆਹੀ ਰੌਲਾ, ਆਹੀ ਰਫੜ। ਦੇਖੋ ਅੱਗੇ ਊਠ ਕਿਸ ਕਰਵਟ ਬੈਠਦਾ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਵੀ ਸਰਨਾ ਕਹਿੰਦੇ ਆ ਬਚਾਉਣ ਪਹੁੰਚੇ ਸ਼ਰਾਬ ਫੈਕਟਰੀ ਨੂੰ, ਮੀਡੀਆ ਦੇ ਵੱਲੋਂ ਖੁਲਾਸਾ। ਦੇਖੋ ਮੀਡੀਆ ਦੇ ਵਿੱਚ ਲਾਲਾ ਹੋਈ ਪਈ ਹੈ ਸ਼ਾਮ ਦੀ ਕਿ ਸਰਨਾ ਬ੍ਰਦਰਸ ਜਿਹੜੇ ਆ ਉਹ ਫੈਕਟਰੀ ਬਚਾਉਣ ਤੁਰੇ ਆ। ਫੈਕਟਰੀ ਬਚਾਉਣ ਤੁਰਨ ਵੀ ਕਿਉਂ ਨਾ, ਕਿਉਂਕਿ ਇਹਨਾਂ ਦੀ ਧੀ ਧਿਆਣੀ ਦੀ ਤੇ ਫੈਕਟਰੀ ਆ, ਸ਼ਰਾਬ ਫੈਕਟਰੀ ਆ। ਜਿਹੜਾ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ ਦਾ ਭਰਾ, ਜਿਹੜਾ ਭਰਾਤਾ ਹਰਵਿੰਦਰ ਸਿੰਘ ਸਰਨਾ ਦੀ ਤੇ ਉਹ ਗੁੱਡੀ ਆ ਜਿਹਦੀ ਸੁੱਖ ਨਾਲ ਉਹ ਫੈਕਟਰੀ ਆ ਤੇ ਜਿਹਦਾ ਕਾਰੋਬਾਰ ਹੈ ਸ਼ਰਾਬ ਦਾ, ਉਹ ਇਹਨਾਂ ਦੀ ਆਪਣੀ ਧੀ ਧਿਆਣੀ ਆ। ਉਹ ਇਹ ਗਏ ਆ। ਹਾਲਾਂਕਿ ਇਹ ਇਨਕਾਰ ਕਰਕੇ ਕਹਿੰਦੇ ਜੀ ਅਸੀਂ ਤੇ ਵਧਾਈ ਦੇਣ ਗਏ ਸੀਗੇ ਜਿਹੜਾ ਵਾਤਾਵਰਨ ਮੰਤਰੀ ਬਣਿਆ ਓਪੀ ਸੋਨੀ, ਤੇ ਲੋਕੀ ਕਹਿੰਦੇ ਕਿ ਤੁਹਾਨੂੰ ਹੁਣ ਪਤਾ ਲੱਗਿਆ ਕਿ ਉਹ ਮੰਤਰੀ ਬਣਿਆ। ਉਹਨੂੰ ਮੰਤਰੀ ਬਣੇ ਨੂੰ ਤੇ ਕਈ ਚਿਰ ਹੋ ਗਿਆ, ਤੁਹਾਨੂੰ ਕਦੇ ਮਿਲਿਆ ਹੀ ਨਹੀਂ ਗਿਆ। ਤੁਸੀਂ ਤੇ ਖੁਦ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਕੈਪਟਨ ਦੇ ਸਲਾਹਕਾਰ ਜੇ, ਤੇ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਕੋਈ ਓਪੀ ਸੋਨੀ ਅੰਮ੍ਰਿਤਸਰ ਤੋਂ ਵਾਤਾਵਰਨ ਮੰਤਰੀ ਵੀ ਬਣਿਆ। ਤਾਂ ਸਿੱਧੇ ਤੌਰ ਤੇ ਸੰਕੇਤ ਤੇ ਇਹੋ ਹੀ ਮਿਲੇ ਆ, ਕਿਉਂਕਿ ਇਸ ਫੈਕਟਰੀ ਤੇ ਕਾਰਵਾਈ ਕਰ ਦਿੱਤੀ ਗਈ, ਇਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਜਿਹੜਾ 25 ਲੱਖ ਰੁਪਈਆ ਉਹ ਜ਼ਮਾਨਤੀ ਰਾਸ਼ੀ ਹੁੰਦੀ ਆ, ਜਿੰਨਾ ਵੀ ਪਿਆ ਸੀਗਾ ਉੱਥੇ, ਉਹ ਸਾਰਾ ਸਰਮਾਇਆ ਜ਼ਬਤ ਕਰ ਲਿਆ ਗਿਆ। ਇੱਕ ਵਾਰੀ ਵਕਤੀ ਤੌਰ ਤੇ ਫੈਕਟਰੀ ਸੀਲ ਹੋਈ ਆ। ਤਾਂ ਇਹ ਜਿਹੜੇ ਸਰਨਾ ਬ੍ਰਦਰਸ ਅੱਜ ਅਚਾਨਕ ਪਹੁੰਚੇ ਆ ਓਪੀ ਸੋਨੀ ਕੋਲੇ, ਤਾਂ ਕਿਆਫੇ ਇਹੋ ਹੀ ਲਾਏ ਜਾਂਦੇ ਆ ਕਿ ਮਾਮਲਾ ਅਸਲ ਦੇ ਵਿੱਚ ਇਹੋ ਹੀ ਆ ਕਿ ਕੋਈ ਨਾ ਕੋਈ ਕਹਾਣੀ ਫਿੱਟ ਕਰਨ ਦਾ ਯਤਨ ਕੀਤਾ ਜਾ ਰਿਹਾ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਆਏ ਬਹੁਤ ਜ਼ਿਆਦਾ ਪਰਿਵਾਰ, ਇਹ ਆਪਾਂ ਨੂੰ ਵੀ ਪਤਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇੱਥੋਂ ਤੱਕ ਕਿ ਆ ਜਿਹੜੇ ਸਰਨਾ ਸਾਹਿਬ ਆ, ਇਹਨਾਂ ਨੂੰ ਸਲਾਹਕਾਰ ਲਾ ਲਿਆ। ਓਫੀਸ਼ੀਅਲੀ ਸਲਾਹਕਾਰ ਨਹੀਂ ਹੈਗੇ, ਪਰ ਫਿਰ ਵੀ ਸਲਾਹਕਾਰ ਵਾਲੀ ਕਲਗੀ ਇਹਨਾਂ ਨੂੰ ਲਾ ਦਿੱਤੀ ਗਈ ਆ। ਜਦ ਕਿ ਦੇਖੋ ਸਲਾਹ ਤੇ ਜੇ ਦੇਣੀ ਹੋਵੇ ਤੇ ਇੱਥੇ ਸਲਾਹਕਾਰਾਂ ਦੀ ਪਹਿਲਾਂ ਹੀ ਫੌਜ ਹੈਗੀ ਸੀਗੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਵੇਂ ਹੀ ਇਹ ਸਲਾਹਕਾਰੀ ਕਰਨਾ ਹੈ ਤੇ ਨਾਲ ਦੀ ਨਾਲ ਇਹ ਜਿਹੜੀ ਬੀਬੀ ਆ, ਇਸ ਬੀਬੀ ਦੇ ਨਾਮ ਤੇ ਬਹੁਤ ਸਾਰੇ ਠੇਕੇ ਜਿਹੜੇ ਉਹ ਵੀ ਅਲਾਟ ਹੋ ਗਏ। ਇਹ ਵੀ ਇੱਕ ਇਤਫਾਕ ਸੀਗਾ। ਸੋ ਇਸ ਕਰਕੇ ਕਾਰੋਬਾਰ ਆ ਤੇ ਨਾਲ ਸਲਾਹਕਾਰ ਵੀ ਆ ਇਹ ਸਰਨਾ ਬ੍ਰਦਰਸ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਹੁਣ ਚੱਲੀ ਜਾਂਦਾ। ਅੱਗੇ ਦੇਖਣ ਵਾਲੀ ਗੱਲ ਇਹ ਆ ਕਿ ਕੀ ਪੰਜਾਬ ਦਾ ਪੱਖ ਪੂਰਿਆ ਜਾਊਗਾ ਜਾਂ ਫਿਰ ਦਿੱਲੀ ਤੋਂ ਆਏ ਸਰਨਾ ਬ੍ਰਦਰਸ ਜਿਹੜੇ ਕਿ
ਸਲਾਹ ਮਸ਼ਵਰੀ ਕਰਨ ਆਏ ਆ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਕਿ ਉਹਨਾਂ ਨੂੰ ਰਹਿ ਦਿੱਤੀ ਜਾਊਗੀ। ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਲ ਖੜਨ ਦੀ ਜ਼ਰੂਰਤ ਹੈ। ਥੋੜਾ ਬਹੁਤ ਜੇ ਇਹਨਾਂ ਦੇ ਵਿੱਚ ਕੋਈ ਮਾੜਾ ਮੋਟਾ ਅੰਸ਼ ਬਚਿਆ ਨਾ ਗੈਰਤ ਦਾ, ਅਣਖ ਦਾ, ਤਾਂ ਫਿਰ ਇਹਨਾਂ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਤੁਸੀਂ ਗੂਗਲ ਮੈਪ ਤੇ ਦੇਖੋਗੇ, ਇਹ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਆ 2-3 ਮੈਂ ਸਰਚ ਕੀਤੀਆਂ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਡਰੇਨਾਂ ਦੇ ਉੱਤੇ ਕਿਉਂ ਬਣੀਆਂ ਨੇ, ਇਹ ਸਭ ਤੋਂ ਵੱਡਾ ਸਵਾਲ ਆ। ਕਿਉਂਕਿ ਜਿਹੜੇ ਡਰੇਨਸ ਨੇ, ਜਿਹੜੀਆਂ ਡਰੇਨਾਂ ਨੇ, ਜਿਵੇਂ ਤੁਹਾਡੇ ਜਲੰਧਰ ਦੇ ਵਿੱਚੋਂ ਕਾਲਾ ਸੰਘਿਆ ਡਰੇਨ ਆ, ਫਗਵਾੜਾ ਡਰੇਨ ਆ, ਜਮਸ਼ੇਰ ਡਰੇਨ ਆ, ਚਿੱਟੀ ਵੇਈ ਆ, ਉਹ ਆਖਰ ਡਿੱਗਦੇ ਕਿੱਥੇ? ਆ ਕੇ ਦਰਿਆ ਦੇ ਵਿੱਚ। ਤਾਂ ਇਹ ਡਰੇਨ ਦੇ ਉੱਤੇ ਕਿਉਂ ਫੈਕਟਰੀਆਂ ਬਣਾਈਆਂ ਜਾਂਦੀਆਂ? ਸਭ ਤੋਂ ਵੱਡੀ ਗੱਲ ਤੇ ਇਹ ਆ। ਤੇ ਅੱਜ ਤੱਕ ਇਹਨਾਂ ਨੂੰ ਪੁੱਛਿਆ ਕਿਉਂ ਨਹੀਂ ਗਿਆ ਕਿ ਜਿਹੜੇ ਤੁਸੀਂ ਇਸ ਤਰ੍ਹਾਂ ਰਸਾਇਣਕ ਤੱਤ ਕੱਢਦੇ ਹੋ, ਉਹਨਾਂ ਦਾ ਕਰਦੇ ਕੀ ਹੋ? ਤੇ ਜੇ ਤੁਸੀਂ ਇਸ ਤਰ੍ਹਾਂ ਪਾਣੀ ਚਵਾਉਂਦੇ ਤਾਂ ਕਿਉਂ ਗਾ ਰਹੇ ਹੋ? ਤੋਂ ਘੱਟ ਇਹਦਾ ਕੋਈ ਇਲਾਜ ਕਰਨਾ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ ਜੋ ਬੜੇ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣੀਆਂ ਪਈਆਂ, ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਇਹ ਪੌਣ ਪਾਣੀ ਦਾ ਮਸਲਾ, ਇੱਥੇ ਕੋਈ ਰਾਜਨੀਤੀ